ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਆਰਟੀਆਈ ਐਕਟ ਭਾਵ ਸੂਚਨਾ ਦਾ ਅਧਿਕਾਰ ਸੰਬੰਧੀ ਐਕਟ ਜੋ 2005 ਵਿੱਚ ਆਇਆ ਸੀ, ਉਸ ਤੋਂ ਆਸਾਂ ਬਹੁਤ ਸਨ। ਕੁਝ ਆਸਾਂ ਤੇ ਪੂਰੀਆਂ ਹੋਈਆਂ। ਇਸ ਦਾ ਜੋ ਪਰ ਮੰਤਵ ਸੀ ਕਿ ਇਹ ਸ਼ਾਸਨ ਵਿੱਚ, ਗਵਰਨੈਂਸ ਵਿੱਚ ਪਾਰਦਰਸ਼ਤਾ ਲਿਆਏਗਾ। ਜੋ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਜਾਂ ਜੋ ਲੰਮੇ ਲਟਕ ਰਹੇ ਨੇ, ਪੈਂਡੈਂਸੀ ਰਹਿੰਦੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਦੁੱਖ ਤਕਲੀਫਾਂ ਹੁੰਦੀਆਂ ਨੇ, ਉਹਦੇ ਬਾਰੇ ਵੀ ਬਹੁਤ ਕੁਝ ਜਾਣਕਾਰੀ ਲਈ ਜਾ ਸਕਦੀ ਸੀ ਜਾਂ ਪ੍ਰਸ਼ਾਸਨ ਕਿਵੇਂ ਕੰਮ ਕਰਦਾ ਹੈ। ਪਰ ਵੱਡਾ ਮਸਲਾ ਇਹ ਹੈ ਕਿ ਇਹਦੇ ਵਿੱਚ ਓਨੀ ਪਾਰਦਰਸ਼ਤਾ ਨਹੀਂ ਸੀ ਜਿਹੋ ਜਿਹੀ ਇਹ ਤੋਂ ਆਸ ਕੀਤੀ ਜਾ ਸਕਦੀ ਸੀ, ਜਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਦੀ ਬਦਨੀਤੀ ਸੀ ਇਹਨੂੰ ਲਿਆਉਣ ਵਿੱਚ। ਸਰਕਾਰ ਉਹ ਸਾਰਾ ਕੁਝ ਨਹੀਂ ਸੀ ਚਾਹੁੰਦੀ। ਦਿੱਤਾ ਤਾਂ ਹੈ ਇਹ ਐਕਟ ਤੇ ਲਿਆਂਦਾ, ਪਰ ਓਨੀ ਉਹ ਕੁਝ ਨਹੀਂ ਸੀ। ਜਿਸ ਤਰ੍ਹਾਂ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਅਧੀਨ ਨਹੀਂ ਆਉਂਦੀਆਂ। ਸਿਆਸੀ ਪਾਰਟੀਆਂ ਕੀ ਕਰਦੀਆਂ ਨੇ, ਉਹਨਾਂ ਨੂੰ ਕਿੱਥੋਂ ਫੰਡ ਆਉਂਦੇ ਨੇ, ਕਿਵੇਂ ਕਿਵੇਂ ਹੋਰ ਬੜਾ ਕੁਝ ਲੁਕਵਾ ਰਹਿ ਜਾਂਦਾ ਲੋਕਾਂ ਤੋਂ। ਤੇ 2005 ਵਿੱਚ ਇਹ ਜਦੋਂ ਐਕਟ ਆਇਆ ਸੀ ਤਾਂ ਇੱਕ ਵਾਰੀ ਤਾਂ ਸਭ ਨੂੰ ਲੱਗਾ ਸੀ ਕਿ ਪਤਾ ਨਹੀਂ ਕੀ ਹੋ ਜਾਵੇਗਾ। ਬਹੁਤ ਸਾਰੇ ਪੱਤਰਕਾਰ ਬੇਸ਼ੱਕ ਆਰਟੀਆਈ ਰਾਹੀਂ ਹੀ ਸੂਚਨਾ ਲੈ ਕੇ ਬਹੁਤ ਸਾਰੀਆਂ ਖਬਰਾਂ ਕੱਢਦੇ ਨੇ। ਬਹੁਤ ਸਾਰੇ ਆਮ ਲੋਕਾਂ ਦੇ ਆਪਣੇ ਮਸਲੇ ਸੁਲਝਾਉਣ ਲਈ ਵੀ ਇਸ ਐਕਟ ਦੇ ਤਹਿਤ ਜਾਣਕਾਰੀਆਂ ਲੈਂਦੇ ਨੇ। ਅਤੇ ਪਿਛਲੀ ਸਰਕਾਰ ਦੇ ਲਿਆਂਦੇ ਇਸ ਐਕਟ ਵਿੱਚ ਸਾਡੀ ਵਰਤਮਾਨ ਸਰਕਾਰ ਨੇ 2019 ਵਿੱਚ ਇਹਦੇ ਕੌਜ਼ ਨੂੰ ਡਿਲਿਊਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਚਲੋ ਖੈਰ, ਅਸੀਂ ਇਸ ਬਾਰੇ ਸਾਰੇ ਕੁਝ ਬਾਰੇ ਚਰਚਾ ਕਰਦੇ ਹਾਂ ਲੁਧਿਆਣਾ ਤੋਂ ਆਰਟੀਆਈ ਐਕਟਿਵਿਸਟ ਕੁਲਦੀਪ ਸਿੰਘ ਖਹਿਰਾ ਹੋਰਾਂ ਨਾਲ। ਕੁਲਦੀਪ ਸਿੰਘ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜੀ ਕੁਲਦੀਪ ਜੀ, ਇੱਕ ਤਾਂ ਤੁਸੀਂ ਕਿਉਂਕਿ 2007 ਤੋਂ ਮੇਰੀ ਜਾਂਚ ਹੈ ਤੁਸੀਂ ਇਸ ਜਿਹੜਾ ਆਰਟੀਆਈ ਐਕਟ ਹੈ ਇਹਦੇ ਕਾਰਕੁਨ ਵਜੋਂ ਕੰਮ ਕਰ ਰਹੇ ਹੋ, ਤੇ ਤੁਸੀਂ ਬਹੁਤ ਸਾਰੀਆਂ ਜਾਣਕਾਰੀਆਂ ਕਢਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਤੁਸੀਂ ਕੀ ਮੰਨਦੇ ਹੋ ਕਿ ਇਹ ਕਿੰਨਾ ਕੁ ਕਾਰਗਰ ਹੈ, ਜਾਂ ਅਸੀਂ ਇਹਨੂੰ ਇਹੋ ਹੀ ਮੰਨ ਲਈਏ ਕਿ ਇਹ ਜਿਹੜਾ ਅਧਿਕਾਰ ਜਿਹੜਾ ਦਾ ਸਾਨੂੰ ਜਿਹੜਾ ਐਕਟ ਇਹ ਮਿਲਿਆ ਸੀ, ਅਧਿਕਾਰ ਮਿਲਿਆ ਸੀ, ਇਹ ਕਾਨੂੰਨ ਬਣਿਆ ਕਿ ਇਹ ਵੀ ਰਬੜ ਦੇ ਦੰਦਾਂ ਵਾਲਾ ਸ਼ੇਰ ਜਿਵੇਂ ਕਹਿ ਲੈਂਦੇ ਨੇ ਕਿ ਉਹੋ ਹੀ ਹੈ। ਜਿਸ ਟਾਈਮ ਇਹ ਆਰਟੀ ਐਕਟ ਪਾਸ ਕੀਤਾ ਗਿਆ ਸੀ ਜੀ ਸਾਡੀ ਪਾਰਲੀਮੈਂਟ ਵੱਲੋਂ, ਉਹ ਐਕਟ ਦੇ ਵਿੱਚ ਇਹ ਸੀਗਾ ਕਿ ਜਿਹੜੀ ਵੀ ਫਾਈਲਾਂ ਹੈਗੀਆਂ ਨੇ ਗਵਰਨਮੈਂਟ ਦੀ, ਜੋ ਵੀ ਫੰਕਸ਼ਨਿੰਗ ਹੈ ਉਹਦੇ ਵਿੱਚ ਟਰਾਂਸਪੇਰੈਂਸੀ ਲਿਆਂਦੀ ਜਾਏ। ਬਟ ਗਵਰਨਮੈਂਟ ਨੇ ਇਹ ਨਹੀਂ ਸੋਚਿਆ ਸੀ ਕਿ ਇਸ ਐਕਟ ਦਾ ਪਬਲਿਕ ਇੰਟਰਸਟ ਦੇ ਵਿੱਚ ਇੰਨਾ ਕੁ ਯੂਜ਼ ਹੋ ਜਾਏਗਾ ਕਿ ਸਰਕਾਰ ਦੀਆਂ ਨਾਕਾਮੀਆਂ ਪਬਲਿਕ ਦੇ ਸਾਹਮਣੇ, ਹਰ ਇੱਕ ਸਿਟੀਜ਼ਨ ਦੇ ਸਾਹਮਣੇ ਆਉਣ ਲੱਗ ਜਾਣਗੀਆਂ। ਉਹਨਾਂ ਨੇ ਇਹ ਨਹੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਯੂਜ਼ ਹੋਏਗਾ। ਉਹ ਤਾਂ ਇਹ ਚਾਹੁੰਦੇ ਸੀ ਕਿ ਅਸੀਂ ਐਕਟ ਵੀ ਬਣਾ ਦਈਏ, ਬਟ ਇਹਨੂੰ ਯੂਜ਼ ਨਾ ਕੋਈ ਜ਼ਿਆਦਾ ਕਰੇ। ਪਹਿਲਾ ਪਹਿਲ ਜਿਸ ਟਾਈਮ ਇਨਫੋਰਮੇਸ਼ਨ ਮੰਗੀ ਦੀ ਸੀਗੀ, ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਸੀ, ਔਰ ਜਿਹੜੇ ਇਨਫੋਰਮੇਸ਼ਨ ਕਮਿਸ਼ਨਰ ਸੀਗੇ ਉਹਨਾਂ ਦੀ ਜਿਹੜੀ ਨਿਯੁਕਤੀ ਵੀ ਹੁੰਦੀ ਸੀ, ਉਹ ਵੀ ਇੱਕ ਵਧੀਆ ਲੈਵਲ ਦੇ ਨਾਲ ਕੀਤੀ ਜਾਂਦੀ ਸੀ। ਔਰ ਸਾਫ ਛਵੀ ਵਾਲੇ, ਹਾਈ ਪੋਸਟਾਂ ਦੇ ਉੱਤੇ ਕੰਮ ਕਰਨ ਵਾਲੇ, ਲਾ ਦੀ ਨੌਲੇਜ ਵਾਲੇ ਬੰਦਿਆਂ ਨੂੰ ਇਨਫੋਰਮੇਸ਼ਨ ਕਮਿਸ਼ਨਰ 2010 ਤੋਂ ਬਾਅਦ 2010-11 ਤੋਂ ਬਾਅਦ ਜਿਸ ਟਾਈਮ ਜਿਹੜੀਆਂ ਹੈਗੀਆਂ ਨੇ ਏਸ਼ੀਆਡ ਗੇਮ ਸੀਗੀਆਂ ਦਿੱਲੀ ਦੇ ਵਿੱਚ, ਜਿਸ ਟਾਈਮ ਉਹ ਐਕਸਪੋਜ਼ ਹੋਇਆ, ਉਸ ਤੋਂ ਬਾਅਦ ਗਵਰਨਮੈਂਟ ਕਰਟੇਲ ਕਰਨ ਲੱਗ ਗਈ ਕਿ ਇਹ ਆਰਟੀ ਐਕਟ ਨੂੰ ਕਿਸੇ ਤਰ੍ਹਾਂ ਹਰਡਲਸ ਕ੍ਰੀਏਟ ਕੀਤੇ ਜਾਣ। ਉਹ ਕਈ ਵਾਰ ਕੋਸ਼ਿਸ਼ਾਂ ਕਿ ਇਹਦੀਆਂ ਪ੍ਰੋਵੀਜ਼ਨਸ ਦੇ ਵਿੱਚ ਤਬਦੀਲੀ ਲਿਆ ਕੇ ਕੁਛ ਨਾ ਕੁਛ ਐਕਸ਼ਨ ਇਸ ਤਰ੍ਹਾਂ ਦਾ ਕੀਤਾ ਜਾਏ ਕਿ ਇਨਫੋਰਮੇਸ਼ਨ ਸੀਕਰਸ ਵਾਸਤੇ ਪ੍ਰੋਬਲਮ ਕ੍ਰੀਏਟ ਹੋਏ। ਬਟ ਉਹ ਕਾਮਯਾਬ ਨਹੀਂ ਹੋ ਸਕੀ ਗਵਰਨਮੈਂਟ। ਅੱਜ ਤੱਕ ਵੀ ਉਹ ਕੋਸ਼ਿਸ਼ਾਂ ਜਾਰੀ ਨੇ ਕਿ ਐਕਟ ਦੇ ਵਿੱਚ ਅਮੈਂਡਮੈਂਟ ਲਿਆਂਦੀ ਜਾਵੇ, ਬਟ ਨਹੀਂ ਲਿਆ ਪਾ ਰਹੇ। ਪਬਲਿਕ ਪ੍ਰੈਸ਼ਰ ਹੈਗਾ ਕਿ ਐਕਟ ਦੇ ਵਿੱਚ ਅਮੈਂਡਮੈਂਟ ਨਹੀਂ ਹੋਣੀ ਬਣਦੀ। ਇਹਨੂੰ ਬੈਕਡੋਰ ਦੇ ਥਰੂ ਇਸ ਚੀਜ਼ ਨੂੰ ਡਿਲਿਊਟ ਕਰਨ ਵਾਸਤੇ ਇਨਫੋਰਮੇਸ਼ਨ ਕਮਿਸ਼ਨਰਸ ਨੂੰ ਯੂਜ਼ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਹਾਂਜੀ
ਤੁਸੀਂ ਜਿਸ ਤਰ੍ਹਾਂ ਕਹਿ ਕੇ ਪਹਿਲੀ ਗੱਲ ਇਨਫੋਰਮੇਸ਼ਨ ਕਮਿਸ਼ਨਰਸ ਵਰਤੇ ਜਾ, ਜਿਸ ਤਰ੍ਹਾਂ ਜਿਨ੍ਹਾਂ ਨੇ ਜਾਣਕਾਰੀ ਦੇਣੀ ਸੀ ਉਹ ਹੀ ਇਹ ਜਾਣਕਾਰੀ ਦੱਬਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਦੱਬਣ ਦੀ ਹੁਣ ਕੋਸ਼ਿਸ਼ ਤੱਕ ਗਵਰਨੈਂਸ ਕਰਦੇ ਵਿੱਚ, ਨੇ। ਸਰਕਾਰੀ ਸ਼ਾਸਨ ਵਿੱਚ ਕੀ ਹੁੰਦਾ ਆਇਆ ਕਿ ਅਫਸਰਾਂ ਦਾ ਕੰਮ ਹੀ ਜਾਣਕਾਰੀ ਲੁਕਾਉਣਾ ਬਣ ਜਾਂਦਾ, ਜਾਣਕਾਰੀ ਦੇਣ ਦੀ ਬਜਾਏ। ਤੇ ਤੁਸੀਂ ਕਮਿਸ਼ਨਰਾਂ ਨੂੰ ਤੁਸੀਂ ਕਿਵੇਂ ਮਿਸਾਲ ਦਿਓਗੇ ਸਾਨੂੰ ਕਿ ਕਮਿਸ਼ਨਰ ਵਰਤੇ ਜਾਂਦੇ ਨੇ, ਸੂਚਨਾ ਕਮਿਸ਼ਨਰ ਪਹਿਲਾਂ ਇਸ ਕੰਮ ਲਈ? ਇਨਫੋਰਮੇਸ਼ਨ ਕਮਿਸ਼ਨਰਸ ਦੀ ਜਿਹੜੀ ਸਿਲੈਕਸ਼ਨ ਹੁੰਦੀ ਸੀਗੀ, ਉਹ ਹਾਈ ਇੰਟੈਗ੍ਰਿਟੀ ਦੇ ਪਰਸਨਸ ਆਉਂਦੇ ਸੀਗੇ। ਹੁਣ ਇਹ ਲੈਵਲ ਹੋ ਗਿਆ ਕਿ ਕੋਈ ਪਿੰਡ ਦਾ ਸਰਪੰਚ ਹੁੰਦਾ, ਉਹਨੂੰ ਆਪਦੇ ਹੈਂਡ ਪਿਕਡ ਪਰਸਨਸ ਨੂੰ ਗਵਰਨਮੈਂਟਸ ਚਾਹੁੰਦੀਆਂ ਨੇ, ਰੂਲਿੰਗ ਪਾਰਟੀਆਂ ਚਾਹੁੰਦੀਆਂ ਨੇ ਕਿ ਹਾਂਜੀ ਉਹਨਾਂ ਨੂੰ ਚੱਕ ਕੇ ਇਨਫੋਰਮੇਸ਼ਨ ਕਮਿਸ਼ਨਰਸ ਲਗਾਇਆ ਜਾਂਦਾ ਹੈ, ਜਿਨ੍ਹਾਂ ਨੂੰ ਲਾ ਦੀ ਕੋਈ ਨੌਲੇਜ ਨਹੀਂ ਹੁੰਦੀ। ਹਾਂਜੀ, ਤਾਂ ਕੋਈ ਟਰਾਂਸਪੋਰਟਰ ਹੈ, ਕੋਈ ਪਿੰਡ ਦਾ ਸਰਪੰਚ ਹੈ ਜੀ। ਪਹਿਲਾਂ ਕੀ ਹੁੰਦਾ ਸੀਗਾ, ਜਿਸ ਟਾਈਮ ਪੰਜਾਬ ਦੇ ਵਿੱਚ ਵੀ ਇਨਫੋਰਮੇਸ਼ਨ ਕਮਿਸ਼ਨਰਸ ਕੋਈ ਲੈਫਟੀਨੈਂਟ ਕਰਨਲ ਹੁੰਦੇ ਸੀਗੇ, ਕੋਈ ਲੈਫਟੀਨੈਂਟ ਜਨਰਲ ਫੌਜ ਦੇ ਵਿੱਚੋਂ ਰਿਟਾਇਰਡ ਹੁੰਦੇ ਸੀਗੇ, ਕੋਈ ਐਮੀਨੈਂਟ ਪਰਸਨਸ ਹੁੰਦੇ ਸੀਗੇ ਸੁਸਾਇਟੀ ਦੇ ਵਿੱਚੋਂ, ਕੋਈ ਚੀਫ ਸੈਕਟਰੀ ਰਿਟਾਇਰਡ, ਕੋਈ ਡੀਜੀਪੀ ਰਿਟਾਇਰਡ, ਉਹ ਲੈਵਲ ਹੁੰਦਾ ਸੀਗਾ ਜੀ। ਉਹਨਾਂ ਨੂੰ ਇਹ ਫਿਕਰ ਹੁੰਦਾ ਸੀਗਾ ਕਿ ਸਾਡੀ ਜਿਹੜੀ ਜਜਮੈਂਟ ਹੈ ਉਹ ਕਿਤੇ ਚੈਲੰਜ ਨਾ ਹੋ ਜਾਏ ਹਾਈ ਕੋਰਟ ਦੇ ਵਿੱਚ, ਕਿ ਉਹ ਇੱਕ ਜੇ ਫੇਵਰ ਵੀ ਕਰਨਾ ਚਾਹੁੰਦੇ ਸੀਗੇ ਤਾਂ ਇੱਕ ਹੱਦ ਤੱਕ ਹੀ ਫੇਵਰ ਕਰ ਪਾਉਂਦੇ ਸੀਗੇ ਗਵਰਨਮੈਂਟ ਦੀ। ਜਿਹੜੇ ਹੁਣ ਹੈਗੇ ਨੇ ਇਨਫੋਰਮੇਸ਼ਨ ਕਮਿਸ਼ਨਰਸ, ਉਹਨਾਂ ਦਾ ਨੌਲੇਜ ਹੀ ਇੰਨੀ ਨਹੀਂ ਹੈ ਕਿ ਲਾ ਕੀ ਕਹਿੰਦਾ ਹੈ। ਔਰ ਜੇਕਰ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਜੇ ਅਸੀਂ ਕੋਈ ਗੱਲ ਕਹਿਣੀ ਚਾਹੁੰਦੇ ਹਾਂ, ਉਹਨੂੰ ਰਿਕਾਰਡ ਨਹੀਂ ਕੀਤਾ ਜਾਂਦਾ। ਜੇ ਰਿਟਨ ਆਰਗੂਮੈਂਟਸ ਵੀ ਲਿਆਂਦੇ ਜਾਂਦੇ ਨੇ, ਉਹਨੂੰ ਜਿਹੜਾ ਆਰਡਰ ਹੈ ਉਹਦੇ ਵਿੱਚ ਪ੍ਰਨਾਉਂਸ ਕਰਦੇ ਵਕਤ ਉਹਨੂੰ ਕੰਸੀਡਰ ਨਹੀਂ ਕੀਤਾ ਜਾਂਦਾ, ਨਾ ਉਹਦਾ ਵਿਰਵਾ ਪਾਇਆ ਜਾਂਦਾ ਹੈ। ਜੀ ਜੀ, ਅੱਛਾ। ਤੁਸੀਂ 2007 ਵਿੱਚ ਇਸ ਪਾਸੇ ਆਏ ਤੇ ਇੱਕ ਵਾਰ ਤੁਹਾਡੇ ਤੇ ਹਮਲਾ ਵੀ ਹੋਇਆ ਦੱਸਿਆ ਜਾਂਦਾ, ਤੇ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕਾਰਕੁਨ ਨੇ ਸੂਚਨਾ ਕਮਿਸ਼ਨ ਅਧਿਕਾਰ ਦੀ ਵਰਤੋਂ ਕਰਦੇ ਨੇ, ਸੈਕਟ ਦੀ ਵਰਤੋਂ ਕਰਦੇ ਨੇ, ਸੂਚਨਾਵਾਂ ਲੈਂਦੇ ਨੇ ਸਰਕਾਰ ਤੋਂ, ਤਾਂ ਕਿ ਪਿੰਡ ਪੱਧਰ ਤੱਕ, ਛੋਟੇ ਸ਼ਹਿਰ ਤੱਕ ਜੋ ਸਰਕਾਰੀ ਨਾਕਾਮੀਆਂ ਨੂੰ ਵੀ ਸਾਹਮਣੇ ਲਿਆਂਦਾ ਜਾ ਸਕੇ ਤੇ ਜੋ ਲੋਕਾਂ ਦੇ ਰਾਈਟਸ ਨੇ ਉਹ ਵੀ ਬਣਦੇ ਸਾਹਮਣੇ ਲਿਆਂਦੇ ਜਾ ਸਕਣ। ਤੁਸੀਂ ਕੀ ਮੰਨਦੇ ਹੋ ਕਿ ਹੋਰ ਕੀ ਦੁਸ਼ਵਾਰੀਆਂ ਆਉਂਦੀਆਂ ਨੇ? ਮਾਰੇ ਜਾ ਰਹੇ ਨੇ ਕਾਰਕੁਨ, ਬਹੁਤ ਕਾਰਕੁਨ ਮਾਰੇ ਗਏ ਨੇ, ਹਨਾ, ਤੇ ਤੁਹਾਡੇ ਤੇ ਆਪਣੇ ਤੇ ਹਮਲਾ ਹੋਇਆ, ਤੇ ਤੁਸੀਂ ਸਾਨੂੰ ਇਹ ਥੋੜਾ ਜਿਹਾ ਖੁਲਾਸਾ ਕਰੋ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ, ਕਿ ਹੋਰ ਕਿਹੜੀਆਂ ਕਿਹੜੀਆਂ ਦੁਸ਼ਵਾਰੀਆਂ ਨੇ, ਜਾਂ ਸੂਚਨਾ ਲੈਣੀ ਕਿੰਨੀ ਔਖੀ ਬਣਾਈ ਜਾ ਰਹੀ ਹੈ ਦਿਨ ਪਰ ਦਿਨ? ਦਿਨ ਪਰ ਦਿਨ ਬਹੁਤ ਗਵਰਨਮੈਂਟ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਸੀਕਰ ਹੈ, ਇਨਫੋਰਮੇਸ਼ਨ ਸੀਕਰ ਨੂੰ ਇੰਨਾ ਫਰਸਟ੍ਰੇਟ ਕਰ ਦੋ ਕਿ ਉਹ ਆਉਣਾ ਹੀ ਬੰਦ ਕਰ ਦੇਵੇ, ਇਨਫੋਰਮੇਸ਼ਨ ਐਪਲੀਕੇਸ਼ਨ, ਆਰਟੀਆਈ ਐਪਲੀਕੇਸ਼ਨ ਫਾਈਲ ਕਰਨੀ ਹੀ ਛੱਡ ਦੇਵੇ, ਉਹਨੂੰ ਇੰਨਾ ਕੁ ਫਰਸਟ੍ਰੇਟ ਕੀਤਾ ਜਾਏ। ਪੂਰੀ ਤਰ੍ਹਾਂ ਨੈਕਸਸ ਬਣਿਆ ਹੋਇਆ ਹੈ ਕਰਪਸ਼ਨ ਦਾ, ਗਵਰਨਮੈਂਟ ਔਰ ਜਿਹੜੇ ਆਫੀਸਰਸ ਹੈਗੇ ਨੇ ਔਰ ਪੋਲੀਟੀਸ਼ੀਅਨਸ ਹੈਗੇ ਨੇ। ਪੋਲੀਟੀਸ਼ੀਅਨਸ ਗਲਤ ਕੰਮ ਕਰਵਾਉਂਦੇ ਨੇ ਕਈ ਜਗ੍ਹਾ ਤੇ, ਜਿਹੜੇ ਬਿਊਰੋਕਰੇਟਸ ਹੈਗੇ ਨੇ ਜਾਂ ਲੋਅਰ ਲੈਵਲ ਦੇ ਆਫੀਸਰਸ ਹੈਗੇ ਨੇ, ਉਹਨਾਂ ਨੂੰ ਇਹ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਾਂ ਕਰਪਸ਼ਨ ਹੁੰਦੀ ਹੈ। ਕਰਪਸ਼ਨ ਜਿੱਥੇ ਇਨਵੋਲਵ ਹੋ ਜਾਂਦੀ ਹੈ, ਡਿਵੈਲਪਮੈਂਟ ਕੰਮ ਜਿੰਨੇ ਵੀ ਹੁੰਦੇ ਨੇ, ਉਹਨਾਂ ਦੀ ਇਨਫੋਰਮੇਸ਼ਨ ਜੇ ਕੋਈ ਬੰਦਾ ਲੈਣੀ ਚਾਹੁੰਦਾ ਹੈ, ਉਹਦੇ ਵਾਸਤੇ ਨਾ ਆਰਟੀਆਈ ਐਪਲੀਕੇਸ਼ਨ ਦੇ ਉੱਤੇ ਰਿਸਪੌਂਡ ਕੀਤਾ ਜਾਂਦਾ ਹੈ, ਨਾ ਫਸਟ ਅਪੀਲ ਦੇ ਵਿੱਚ ਰਿਸਪੌਂਡ ਕੀਤਾ ਜਾਂਦਾ ਹੈ। ਜਿਸ ਟਾਈਮ ਜਿਹੜਾ ਹੈਗਾ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਵੀ ਸੈਕੰਡ ਅਪੀਲ ਦੇ ਵਿੱਚ ਐਪਲੀਕੈਂਟ ਜਾਂਦਾ ਹੈ, ਉਸ ਟਾਈਮ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਵੱਲੋਂ ਨੋਟਿਸ ਇਸ਼ੂ ਹੁੰਦਾ ਹੈ ਰਿਸਪੋਂਡੈਂਟ ਸਾਈਡ ਨੂੰ, ਗਵਰਨਮੈਂਟ ਆਫੀਸਰ ਨੂੰ, ਕਿ ਉਹਦੇ ਵਿੱਚ ਸਾਫ਼ ਲਿਖਿਆ ਹੁੰਦਾ ਕਿ ਜੋ ਹੀਅਰਿੰਗ ਦੀ ਡੇਟ ਤੋਂ ਪਹਿਲਾਂ ਤੁਸੀਂ ਆਪਦੀ ਜਸਟੀਫਿਕੇਸ਼ਨ ਦਿਓ ਕਿ ਤੁਸੀਂ ਅੱਜ ਤੱਕ ਇਨਫੋਰਮੇਸ਼ਨ ਕੰਪਲੀਟ ਕਿਉਂ ਨਹੀਂ ਦਿੱਤੀ। ਪ੍ਰੈਜ਼ੀਡੈਂਟ ਬਣ ਗਿਆ ਹੈਗਾ ਕਿ ਜਿਹੜੇ ਗਵਰਨਮੈਂਟ ਆਫੀਸਰਸ ਹੈਗੇ ਨੇ, ਇੱਕ ਜਾਂ ਦੋ ਹੀਅਰਿੰਗ ਦੇ ਉੱਤੇ ਆਉਂਦੇ ਹੀ ਨਹੀਂ, ਔਰ ਕੇਸ ਨੂੰ ਅਡਜਰਨ ਕਰ ਦਿੱਤਾ ਜਾਂਦਾ ਹੈ। ਔਰ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਜਾਣ ਵਾਸਤੇ ਐਪਲੀਕੈਂਟ ਨੂੰ ਪੂਰਾ ਦਿਨ ਆਪਦੀ ਪਰਸਨਲ ਲਾਈਫ ਦੇ ਵਿੱਚੋਂ ਸਪੈਂਡ ਕਰਨਾ ਪੈਂਦਾ ਹੈ, ਔਰ ਆਊਟਪੁੱਟ ਕੁਝ ਨਹੀਂ ਨਿਕਲਦੀ ਜੀ। ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਪਰਸਨਲੀ ਹਾਜ਼ਰ ਹੋਣਾ ਪੈਂਦਾ ਜੀ। ਜੇ ਇਨਫੋਰਮੇਸ਼ਨ ਸੀਕਰ ਨਹੀਂ ਆਇਆ ਤਾਂ ਉਹਦੀ ਅਪੀਲ ਹੈ, ਉਹਦੀ ਡਿਸਪੋਜ਼ ਆਫ ਕਰ ਦਿੱਤੀ ਜਾਂਦੀ ਹੈ, ਡਿਸਮਿਸ ਕਰ ਦਿੱਤੀ ਜਾਂਦੀ ਹੈ, ਜਾਂ ਡਿਸਪੋਜ਼ ਆਫ ਕਰ ਦਿੱਤੀ ਜਾਂਦੀ ਹੈ। ਜੇਕਰ ਰਿਸਪੋਂਡੈਂਟ ਨਹੀਂ ਆਇਆ, ਉਹਨੂੰ ਹੋਰ ਟਾਈਮ ਦਿੱਤਾ ਜਾਂਦਾ ਕਿ ਤੂੰ ਨੈਕਸਟ ਹੀਅਰਿੰਗ ਟਾਈਮ ਆਪਦਾ ਜਸਟੀਫਿਕੇਸ਼ਨ ਲੈ ਆਈ, ਜਾਂ ਨਾਲ ਕਹਿ ਦਿੱਤਾ ਜਾਂਦਾ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿਓ।
ਤੇ ਦੋ ਜਾਂ ਤਿੰਨ ਹੇਅਰਿੰਗ ਇਸ ਤਰ੍ਹਾਂ ਕਢਵਾ ਦਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਪੀਸਿਸ ਦੇ ਵਿੱਚ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਔਰ ਇਨਫੋਰਮੇਸ਼ਨ ਕਮਿਸ਼ਨਰਸ ਦਾ ਜਿਹੜਾ ਫਰਜ਼ ਸੀਗਾ ਕਿ ਹਾਂਜੀ ਕਿਉਂ ਨਹੀਂ ਪੂਰੀ ਇਨਫੋਰਮੇਸ਼ਨ ਦਿੰਦੇ, ਨਾ ਉਹ ਪੈਨਲਟੀ ਵੱਲ ਨੂੰ ਜਾਂਦੇ ਨੇ, ਨਾ ਉਹ ਕੰਪਨਸੇਸ਼ਨ ਵੱਲ ਨੂੰ ਜਾਂਦੇ ਨੇ, ਉਹ ਇਨਫੋਰਮੇਸ਼ਨ ਸੀਕਰ ਨੂੰ ਐਪਲੀਕੈਂਟ ਨੂੰ ਸਨਬ ਕਰਦੇ ਨੇ ਕਿ ਹਾਂ ਤੂੰ ਵਾਰ-ਵਾਰ ਡੈਫੀਸ਼ੀਐਂਸੀਜ਼ ਪੁਆਇੰਟ ਆਊਟ ਕਰੀ ਜਾ ਰਿਹਾ। ਜਦੋਂ ਕਿ ਹੁਣ ਇਹ ਚਾਹੀਦਾ ਕਿ ਜੋ ਇਨਫੋਰਮੇਸ਼ਨ ਸੀਕਰ ਵੱਲੋਂ ਆਰਟੀਆਈ ਐਪਲੀਕੇਸ਼ਨ ਦੇ ਵਿੱਚ ਇਨਫੋਰਮੇਸ਼ਨ ਮੰਗੀ ਗਈ ਹੈ ਉਹ ਕੰਪਲੀਟ ਇਨਫੋਰਮੇਸ਼ਨ ਬਿਨਾਂ ਐਪਲੀਕੈਂਟ ਦੇ ਕਹੇ ਤੋਂ ਇਨਫੋਰਮੇਸ਼ਨ ਕਮਿਸ਼ਨਰ ਦੇਖਦਾ ਕਿ ਉਹ ਇਨਫੋਰਮੇਸ਼ਨ ਕੰਪਲੀਟ ਹੈ ਜਾਂ ਨਹੀਂ ਹੈ। ਕਿਉਂ ਨਹੀਂ ਇਨਫੋਰਮੇਸ਼ਨ ਕੰਪਲੀਟ ਪ੍ਰੋਵਾਈਡ ਕੀਤੀ ਗਈ? ਜਿਹੜਾ ਪੀਆਈਓ ਹੈ ਉਹਨੂੰ ਉਹਦੇ ਅਗੇਂਸਟ ਐਕਸ਼ਨ ਲਿਆ ਜਾਂਦਾ। ਜੀ ਤੁਹਾਡੇ ਤੇ ਹਮਲੇ ਦੀ ਗੱਲ ਤੇ ਮੈਂ ਫੇਰ ਆਉਣੀ ਆ। ਕੀ ਤੁਸੀਂ ਮੰਨਦੇ ਹੋ ਕਿ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਸੀ ਉਹ ਸੂਚਨਾ ਅਧਿਕਾਰ ਦੀ ਵਰਤੋਂ ਕਰ ਰਹੇ ਸੀ ਤੁਸੀਂ? ਇਸ ਐਕਟ ਦੇ ਅਧੀਨ ਤੁਸੀਂ ਇੱਕ ਕਾਰਕੁਨ ਵਜੋਂ ਵਿਚਰ ਰਹੇ ਸੀ, ਇਸੇ ਕਰਕੇ ਹੋਇਆ ਤੁਹਾਡੇ ਤੇ ਹਮਲਾ? ਜੀ ਬਿਲਕੁਲ ਉਸੇ ਕਰਕੇ ਹੋਇਆ ਸੀਗਾ ਜੀ। ਜਿਸ ਟਾਈਮ ਕੋਈ ਵੀ ਅਨੋਮਲੀਜ਼ ਸਮਾਜ ਦੇ ਵਿੱਚ ਹੋ ਰਹੀਆਂ ਹੁੰਦੀਆਂ ਨੇ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੋਈ ਵੀ ਕਰਦਾ ਹੈਗਾ ਤਾਂ ਜੋ ਨੈਕਸਸ ਬਣਿਆ ਹੋਇਆ ਆਫਿਸਰਸ ਦਾ ਔਰ ਪ੍ਰਾਈਵੇਟ ਬਿਲਡਰਸ ਦਾ ਉਹ ਇਸ ਤਰ੍ਹਾਂ ਦੀ ਕਰਦੇ ਹੈਗੇ ਨੇ ਅਟੈਕਸ ਵਾਲੇ ਵੀ। ਔਰ ਮੋਰ ਦੈਨ 50 ਜਿਹੜੇ ਆਰਟੀਆਈ ਐਪਲੀਕੈਂਟ ਹੈਗੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਜਾਂ ਤਾਂ ਮਰਡਰ ਹੋ ਗਿਆ ਜਾਂ ਕਿਲ ਕਰ ਦਿੱਤੇ ਗਏ। ਔਰ ਬਹੁਤ ਸਾਰੇ ਐਗਜ਼ਾਮਪਲਸ ਹੈਗੇ ਨੇ ਕਿ ਜਿਹੜੇ ਅਟੈਕਸ ਹੋ ਗਏ ਪਰ ਆਰਟੀਆਈ ਐਪਲੀਕੈਂਟਸ ਬਚ ਗਏ ਨੇ। ਕਈ ਜਗ੍ਹਾ ਤੇ ਤਾਂ ਉਹਨਾਂ ਦੀ ਡੈਥ ਹੋ ਗਈ ਹੈ। ਹਾਂ ਹਾਂਜੀ, ਇਹ ਤਾਂ ਹਮਲੇ ਆ ਰਹੇ ਨੇ ਦੇਸ਼ ਭਰ ਵਿੱਚ। ਆਰਟੀਆਈ ਜਿਹੜੇ ਕਾਰਕੁਨ ਨੇ ਉਹਨਾਂ ਤੇ ਹਮਲੇ ਹੋ ਰਹੇ ਨੇ। ਤੇ ਤੁਸੀਂ ਜਿਹੜਾ ਇਹ ਤੁਹਾਡੇ ਤੇ ਹਮਲਾ ਹੋਇਆ ਸੀ, ਕੀ ਤੁਸੀਂ ਮੰਨਦੇ ਹੋ ਕਿ ਸਿਆਸੀ ਧਿਰਾਂ ਦੀ ਵੀ ਕੋਈ ਪੁਸ਼ਤ ਅਪਣਾਈ ਸੀ ਹਮਲਾਵਰਾਂ ਨੂੰ? ਪੂਰੀ ਸ਼ਮੂਲੀਅਤ ਹੁੰਦੀ ਹੈ ਜੀ। ਬਿਨਾਂ ਸਿਆਸੀ ਪੁਸ਼ਤ ਪਨਾਹੀ ਦੇ ਕਿਸੇ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਲਾ ਨੂੰ ਆਪਦੇ ਹੱਥ ਦੇ ਵਿੱਚ ਲਵੇ। ਜਿਹੜੇ ਕੇਸ ਦੇ ਵਿੱਚ ਮੇਰੇ ਉੱਤੇ ਮੇਰੇ ਵੱਲੋਂ ਕੰਪਲੇਂਟ ਫਾਈਲ ਕਰਨ ਕਰਕੇ ਅਟੈਕ ਕੀਤਾ ਗਿਆ ਸੀਗਾ, ਉਸ ਤੋਂ ਬਾਅਦ 3-4 ਮਹੀਨੇ ਬਾਅਦ ਜਿਸ ਟਾਈਮ ਕੰਪਲੇਂਟ ਮਿਨਿਸਟਰ ਕੋਲ ਗਈ, ਲੋਕਲ ਬੋਡੀਜ਼ ਮਿਨਿਸਟਰ ਕੋਲ, ਉਹਨਾਂ ਨੇ ਇਨਕੁਆਇਰੀ ਮਾਰਕ ਕੀਤੀ। ਜਿਹੜੇ ਇਨਕੁਆਇਰੀ ਆਫਿਸਰ ਸੀਗੇ ਡੀਐਸਪੀ ਸੀਗੇ ਮਿਸਟਰ ਬਲਵਿੰਦਰ ਸੇਖੋਂ, ਉਹਨਾਂ ਨੂੰ ਜੋ ਇੱਕ ਕੈਬਨਿਟ ਮਿਨਿਸਟਰ ਸੀਗਾ ਉਹਨੇ ਥ੍ਰੈਟ ਕੀਤਾ। ਉਹ ਚੀਜ਼ ਉਹਨਾਂ ਨੇ ਔਨ ਰਿਕਾਰਡ ਵੀ ਲਿਆਂਦੀ। ਹਾਂਜੀ ਬਿਲਕੁਲ ਜੀ। ਉਸ ਤੋਂ ਬਾਅਦ ਜੇ ਇੱਕ ਡੀਐਸਪੀ ਲੈਵਲ ਦੇ ਆਫਿਸਰ ਨੂੰ ਇੱਕ ਪ੍ਰੋਜੈਕਟ ਦੇ ਰਿਗਾਰਡਿੰਗ ਇੱਕ ਕੈਬਨਿਟ ਮਿਨਿਸਟਰ ਥ੍ਰੈਟ ਕਰਦਾ ਹੈ ਕਿ ਮਿੱਧ ਕੇ ਰੱਖ ਦੇਵਾਂਗੇ, ਤਾਂ ਆਰਟੀਆਈ ਐਪਲੀਕੈਂਟ ਦੀ ਕੀ ਔਕਾਤ ਹੈ ਜੀ? ਕਿ ਇਹ ਤਾਂ ਇੱਕ ਇਹ ਹੈ ਕਿ ਲੜਨਾ ਹੈ ਸੋ ਲੜਨਾ ਹੀ ਲੜਨਾ ਹੈ ਗੰਧਲੇ ਸਿਸਟਮ ਨਾਲ ਅਸੀਂ ਨੇ। ਜੀ ਜੀ ਜੀ, ਮੈਂ ਦੱਸਣਾ ਚਾਹੁੰਦੀ ਹਾਂ ਕਿ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦੇ ਜਰਨਲਿਜ਼ਮ ਵਿਭਾਗ ਵਿੱਚ ਜਰਨਲਿਜ਼ਮ ਤੇ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਨੇ ਬਹੁਤ ਸਾਲ ਪਹਿਲਾਂ ਇਹ ਜਾਣਕਾਰੀ ਲਈ ਸੀ ਆਰਟੀਆਈ ਰਾਹੀਂ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਅਮਰੀਕਾ ਭੇਜ ਕੇ ਜੋ ਇਲਾਜ ਕਰਵਾਇਆ ਗਿਆ ਸੀ ਉਹਦੇ ਤੇ ਕਿੰਨਾ ਖਰਚਾ ਆਇਆ ਸੀ, ਕਿਉਂਕਿ ਉਹ ਸਰਕਾਰ ਨੇ ਅਦਾ ਕੀਤਾ ਸੀ। ਤੇ ਇਹ ਜਾਣਕਾਰੀ ਉਸਨੇ ਆਰਟੀਆਈ ਰਾਹੀਂ ਲਈ ਸੀ। ਤੇ ਇਹ ਹੀ ਫਿਰ ਇੱਕ ਖਬਰ ਫਲਾਇਰ ਦੇ ਰੂਪ ਵਿੱਚ ਪਹਿਲੇ ਪੰਨੇ ਤੇ ਚੰਡੀਗੜ੍ਹੋਂ ਨਿਕਲਦੇ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਵਿੱਚ ਵੀ ਛਪੀ ਸੀ ਉਸਦੇ ਨਾਮ ਤੇ। ਤੇ ਕੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਜਦੋਂ ਉਹਨੂੰ ਡਿਲਿਊਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਿਛਲੇ ਸਾਲ ਬੀਜੇਪੀ ਸਰਕਾਰ ਨੇ ਪਾਰਲੀਮੈਂਟ ਵਿੱਚ ਇਹਨੂੰ ਇਹਦੇ ਸੰਬੰਧ ਇਹ 'ਚ ਸੋਧ ਬਿੱਲ ਪੇਸ਼ ਕਰਨ ਦੇ ਯਤਨ ਕੀਤੇ ਸੀ ਤੇ ਇਹਦੇ ਵਿੱਚ ਇਹਦੀਆਂ ਜੋ ਆਰਟੀਆਈ ਕਾਰਕੁਨ ਨੇ ਉਹਨਾਂ ਦਾ ਕਹਿਣਾ ਸੀ ਕਿ ਉਹ ਡਿਲਿਊਟ ਕੀਤਾ ਜਾ ਰਿਹਾ ਹੈ ਇਹਦਾ ਕੌਜ਼ ਜਾਂ ਇਹਦੀਆਂ ਸਮਰੱਥਾਵਾਂ ਜੋ ਜਿੰਨਾ ਕੁ ਇਸ ਐਕਟ ਦੇ ਤਹਿਤ ਕੰਮ ਹੋ ਰਿਹਾ ਹੈ ਉਹਨਾਂ ਨੂੰ ਘਟਾਉਣਾ ਸੀ, ਉਹਨਾਂ ਦੀ ਸਮਰੱਥਾ ਨੂੰ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਵੀ ਇਹੋ ਜਿਹੀਆਂ ਜਾਣਕਾਰੀਆਂ ਲਈਆਂ ਜਾ ਸਕਦੀਆਂ ਨੇ? ਜਾਣਕਾਰੀਆਂ ਲਈਆਂ ਜਾ ਸਕਦੀਆਂ ਨੇ ਜੀ। ਐਕਟ ਦੇ ਵਿੱਚ ਅਜੇ ਤੱਕ ਪ੍ਰੋਵੀਜ਼ਨ ਹੈਗੀ ਆ ਕਿ ਲਈਆਂ ਜਾ ਸਕਦੀਆਂ ਨੇ, ਬਟ ਦਵਾਏਗਾ ਕੌਣ ਜਾਂ ਦੇਵੇਗਾ ਕੌਣ?
ਹੁਣ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ ਹੋ ਚੁੱਕੇ ਨੇ ਜਿਹੜੇ ਗਵਰਨਮੈਂਟ ਆਫੀਸਰਸ ਹੈਗੇ ਨੇ, ਜਿਨ੍ਹਾਂ ਨੇ ਇਨਫੋਰਮੇਸ਼ਨ ਦੇਣੀ ਹੈ ਉਹ ਰਿਸਪੌਂਡ ਹੀ ਨਹੀਂ ਕਰਦੇ, ਜਾਂ ਉਹ ਡਿਨਾਈ ਕਰਨ ਦੇ ਲਈ ਜਸਟ ਸੈਕਸ਼ਨ ਲਿਖ ਦਿੰਦੇ ਨੇ, ਉਹਨੂੰ ਜਸਟੀਫਾਈ ਨਹੀਂ ਕਰ ਪਾਉਂਦੇ ਕਿ ਸੈਕਸ਼ਨ 8 ਦੇ ਅੰਡਰ ਜਾਂ 9 ਦੇ ਅੰਡਰ ਤੁਹਾਨੂੰ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਨੀ। ਬਟ ਨਹੀਂ, ਜਿਸ ਤਰ੍ਹਾਂ 10 ਦਿਨ ਚ ਜਿਹੜੀ ਜਾਣਕਾਰੀ ਦੇਣੀ ਹੁੰਦੀ ਸੀ, ਜੋ 10 ਦਿਨ ਦੀ ਸੀਮਾ ਉਸ ਵੇਲੇ ਜਦੋਂ ਇਹ ਐਕਟ ਆਇਆ ਸੀ, ਹੈ ਜੀ 30 ਦਿਨ ਦੇ ਵਿੱਚ ਦੇਣੀ ਬਣਦੀ ਸੀ ਜੀ, ਅੱਜ ਵੀ ਦੇਣੀ ਬਣਦੀ ਹੈ, 30 ਦਿਨਾਂ ਵਿੱਚ ਦੇਣੀ ਹੁੰਦੀ ਸੀ ਤੇ 30 ਦਿਨਾਂ ਵਿੱਚ ਦੇਣੀ ਬਣਦੀ ਹੈ ਇਹ ਜਾਣਕਾਰੀ। ਤੇ ਕੀ ਉਹ ਵੀ ਹੁਣ ਨਹੀਂ ਮੰਨਿਆ ਜਾ ਰਿਹਾ? ਕਿਉਂਕਿ ਹੁਣ ਤਾਈਂ ਤੁਸੀਂ ਇਹ ਮੰਨਦੇ ਹੋ ਕਿ ਅਫਸਰ ਜਿਨ੍ਹਾਂ ਨੂੰ ਸ਼ੁਰੂ ਚ ਇਸ ਐਕਟ ਦੇ ਜੋ ਪ੍ਰਭਾਵ ਥੱਲੇ ਸੀਗੇ, ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਐਕਟ ਨੂੰ ਮੰਨਣਾ ਪੈਣਾ ਤੇ ਉਹ ਜਾਣਕਾਰੀ ਦੇਣੀ ਪੈਣੀ ਹੈ। ਕੀ ਤੁਸੀਂ ਮੰਨਦੇ ਹੋ ਕਿ ਹੁਣ ਉਹ ਚੋਰ ਮੋਰੀਆਂ ਵੀ ਸਾਰੀਆਂ ਲੱਭ ਚੁੱਕੇ ਨੇ ਇਹਦੀਆਂ ਐਕਟ ਦੀਆਂ, ਕਿ ਕਿਹੜੇ ਬਹਾਨੇ ਕੀਤੇ ਜਾ ਸਕਦੇ ਨੇ? ਤੁਹਾਨੂੰ ਇਸ ਤਰ੍ਹਾਂ ਲੱਗਦਾ? ਜੀ ਇਸ ਤਰ੍ਹਾਂ ਹੈਗਾ ਜੀ, ਪਹਿਲਾਂ ਵੀ ਜੇ ਕੋਈ ਆਫੀਸਰ ਸਟਾਰਟਿੰਗ ਦੇ ਵਿੱਚ ਜੇ ਕੋਈ ਰਿਸਪੌਂਡ ਨਹੀਂ ਕਰਦਾ ਸੀਗਾ, ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਦਾ ਸੀਗਾ, ਤਾਂ ਉਸ ਟਾਈਮ ਇਨਫੋਰਮੇਸ਼ਨ ਕਮਿਸ਼ਨਰਸ ਉਹਦੇ ਅਗੇਂਸਟ ਐਕਸ਼ਨ ਲੈਂਦੇ ਸੀਗੇ, ਰਿਕਮੈਂਡ ਵੀ ਕਰਦੇ ਸੀਗੇ। ਬਟ ਹੁਣ ਗਵਰਨਮੈਂਟ ਆਫੀਸਰਸ ਨੂੰ ਪਤਾ ਕਿ ਸਾਡੇ ਹੀ ਭਾਈ ਮਾਈ ਬਾਪ ਇਨਫੋਰਮੇਸ਼ਨ ਕਮਿਸ਼ਨਰਸ ਬਣ ਗਏ ਨੇ, ਸਾਡੇ ਅਗੇਂਸਟ ਕੋਈ ਐਕਸ਼ਨ ਨਹੀਂ ਹੋਣਾ, ਇਸ ਕਰਕੇ ਉਹਨਾਂ ਦੇ ਵਿੱਚੋਂ ਆਰਟੀਆਈ ਐਕਟ ਦਾ ਡਰ ਖਤਮ ਹੋ ਚੁੱਕਿਆ ਹੈ। ਉਹ ਕਹਿੰਦੇ ਨੇ ਕਿ ਹਾਂਜੀ ਤੁਸੀਂ ਵੱਧ ਤੋਂ ਵੱਧ ਇਹੀ ਹੈ ਅਪੀਲ ਕਰ ਦਿਓ। ਜਿਹੜਾ ਇਨਫੋਰਮੇਸ਼ਨ ਕਮਿਸ਼ਨਰਸ ਹੈਗੇ ਨੇ, ਉਹ ਪਹਿਲਾਂ ਤਾਂ ਕੋਸ਼ਿਸ਼ ਕਰਦੇ ਨੇ ਕਿ ਇੱਕ ਦੀ ਹੀਅਰਿੰਗ ਦੇ ਉੱਤੇ ਇਨਫੋਰਮੇਸ਼ਨ ਜਿਹੜਾ ਸੀਕਰ ਹੈ, ਐਪਲੀਕੈਂਟ ਹੈ, ਉਹ ਡਿਊ ਟੂ ਪਰਸਨਲ ਰੀਜ਼ਨਸ ਜਾਂ ਕਿਸੇ ਵੀ ਰੀਜ਼ਨ ਕਰਕੇ ਉਹ ਐਬਸੈਂਟ ਹੋ ਜਾਏ। ਉਹ ਇੱਕ ਹੀਅਰਿੰਗ ਇਸ ਤਰ੍ਹਾਂ ਦੀ ਚਾਹੁੰਦੇ ਹੁੰਦੇ ਨੇ ਕਿ ਇੱਕ ਵਾਰ ਐਬਸੈਂਟ ਹੋਵੇ ਤੇ ਅਸੀਂ ਡਿਸਪੋਜ਼ ਆਫ ਕਰ ਦਈਏ ਕੇਸ ਨੂੰ। ਜੇਕਰ ਉਹਨਾਂ ਨੂੰ ਫਿਰ ਵੀ ਨਹੀਂ ਮਿਲਦਾ ਤਾਂ ਉਹ ਜਿਹੜਾ ਜਜਮੈਂਟ ਸੁਣਾਉਣੀ ਹੈ ਉਹ ਆਪਦੀ ਮਨਮਰਜ਼ੀ ਦੀ ਸੁਣਾਉਣੀ ਹੈ, ਬਿਨਾਂ ਰਿਟਨ ਆਰਗੂਮੈਂਟਸ ਨੂੰ ਮੈਂਸ਼ਨ ਕੀਤੇ ਤੋਂ। ਉਸ ਤੋਂ ਬਾਅਦ ਜੇ ਕੋਈ ਉਸ ਟਾਈਮ ਹਾਜ਼ਰ ਹੁੰਦਾ ਹੈ, ਉਹਨੂੰ ਕਹਿ ਦਿੰਦੇ ਨੇ ਜਾ ਹਾਈ ਕੋਰਟ ਚਲੇ ਜਾ ਸਾਡੀ ਜਜਮੈਂਟ ਨੂੰ ਚੈਲੰਜ ਕਰਨ ਲਈ। ਔਰ ਪਬਲਿਕ ਇੰਟਰਸਟ ਦੇ ਵਿੱਚ ਮੰਗੀ ਹੋਈ ਇਨਫੋਰਮੇਸ਼ਨ ਹੁੰਦੀ ਹੈ ਜ਼ਿਆਦਾਤਰ। ਕਿਹੜੇ ਕੇਸਿਸ ਨੂੰ ਐਪਲੀਕੈਂਟ ਹਾਈ ਕੋਰਟ ਲੈ ਜਾਏਗਾ ਜੀ? ਬਿਲਕੁਲ, ਕਿਉਂਕਿ ਉਹਦੇ ਵਿੱਚ ਖਰਚਾ ਵੀ ਵੱਧਦਾ ਉਹਦਾ, ਤੇ ਉਹ ਨਿੱਜੀ ਤੌਰ ਤੇ ਹੀ ਇਹ ਜਾਣਕਾਰੀ ਲੈ ਰਿਹਾ ਹੁੰਦਾ ਹੈ। ਤੇ ਜੋ ਹੁਣ ਆਪਾਂ ਫਿਰ ਕੇਂਦਰ ਸਰਕਾਰ, ਜੋ ਇਸ ਵੇਲੇ ਜੋ ਕੇਂਦਰ ਵਿੱਚ ਸੱਤਾ ਵਿੱਚ ਹੈ ਧਿਰ, ਕੇਂਦਰ ਸਰਕਾਰ ਨੇ ਜਿਸ ਤਰ੍ਹਾਂ 2019 ਵਿੱਚ ਇਹ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਕਮਿਸ਼ਨਰ ਲਾਉਣ ਬਾਰੇ ਦੇ ਅਧਿਕਾਰਾਂ ਬਾਰੇ ਤੇ ਉਹਨਾਂ ਦੀਆਂ ਤਨਖਾਹਾਂ ਤੈਅ ਕਰਨ ਦੇ ਅਧਿਕਾਰਾਂ ਬਾਰੇ, ਤੇ ਆਰਟੀਆਈ ਐਕਟਿਵਿਸਟਾਂ ਦਾ ਕਹਿਣਾ ਸੀ ਕਿ ਇਹ ਫਜ਼ੂਲ ਕਿਸਮ ਦੀ ਜੋ ਕਵਾਇਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਕੀ ਤੁਸੀਂ ਮੰਨਦੇ ਹੋ ਕਿ ਕੇਂਦਰ ਸਰਕਾਰ ਇਹਨਾਂ ਜਿਹੜਾ ਆਰਟੀਆਈ ਦੇ ਅੰਡਰ, ਇਸ ਐਕਟ ਦੇ ਅੰਡਰ ਜੋ ਵੀ ਅਧਿਕਾਰ ਹੈਗੇ ਨੇ ਹਾਲੇ, ਉਹਨਾਂ ਨੂੰ ਹੋਰ ਰੀੜ ਰਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਉਹਨਾਂ ਨੂੰ ਅਸਰਹੀਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਇਸ ਤਰ੍ਹਾਂ ਹੈਗਾ ਜੀ, ਆਰਟੀਆਈ ਐਕਟ ਦੇ ਅਕੋਰਡਿੰਗ ਪਾਰਲੀਮੈਂਟ ਨੇ ਇਨਫੋਰਮੇਸ਼ਨ ਕਮਿਸ਼ਨ ਨੂੰ ਆਟੋਨੋਮਸ ਬੋਡੀ ਦੇ ਤੌਰ ਤੇ ਬਣਾਇਆ ਗਿਆ। ਗਵਰਨਮੈਂਟ ਚਾਹੁੰਦੀ ਹੈ ਕਿ ਇਨਫੋਰਮੇਸ਼ਨ ਕਮਿਸ਼ਨ ਦੇ ਉੱਤੇ ਉਹਨਾਂ ਦਾ ਕੰਟਰੋਲ ਹੋ ਜਾਏ, ਸੈਲਰੀਜ਼ ਦੇ ਥਰੂ ਆਪਦਾ ਗਲਬਾ ਪਾ ਕੇ ਰੱਖਣਾ ਚਾਹੁੰਦੀ ਹੈ ਜੀ, ਕਿ ਉਹਨਾਂ ਦੀ ਮਰਜ਼ੀ ਦੇ ਉੱਤੇ ਇਨਫੋਰਮੇਸ਼ਨ ਕਮਿਸ਼ਨਸ ਜਿਸ ਟਾਈਮ ਹੋ ਜਾਣਗੇ ਤਾਂ ਪ੍ਰੋ ਗਵਰਨਮੈਂਟ ਹੀ ਡਿਸੀਜਨਸ ਲੈਣਗੇ। ਔਰ ਸੈਕੰਡਲੀ ਟਾਈਮਲੀ ਇਹ ਗਵਰਨਮੈਂਟਸ ਇਨਫੋਰਮੇਸ਼ਨ ਕਮਿਸ਼ਨਸ ਦੀ ਜਿਸ ਟਾਈਮ ਰਿਟਾਇਰਮੈਂਟ ਹੋ ਜਾਂਦੀ ਹੈ 5 ਸਾਲ ਬਾਅਦ, ਉਹ ਉਹਨਾਂ ਦੀ ਜਗ੍ਹਾ ਤੇ ਹੋਰ ਇਨਫੋਰਮੇਸ਼ਨ ਕਮਿਸ਼ਨਰਸ ਅਪਾਇੰਟ ਨਹੀਂ ਕਰਦੇ। ਜੇ ਫੋਰ ਐਗਜ਼ਾਮਪਲ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਚੀਫ ਇਨਫੋਰਮੇਸ਼ਨ ਕਮਿਸ਼ਨਰਸ ਦੀ ਪੋਸਟ ਹੈ, ਉਹ ਅਗਸਤ ਮਹੀਨੇ ਤੋਂ ਖਾਲੀ ਪਈ ਹੈ ਜੀ। ਕਾਫੀ ਐਡਮਿਨ ਸਾਈਡ ਦੇ ਉੱਤੇ ਡਿਸੀਜਨਸ ਹੁੰਦੇ ਨੇ ਜਿਹਦੇ ਵਾਸਤੇ ਚੀਫ ਇਨਫੋਰਮੇਸ਼ਨ ਕਮਿਸ਼ਨਰ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਬਿਨਾਂ ਉਹ ਡਿਸੀਜਨਸ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਨਹੀਂ ਲਈ ਜਾ ਸਕਦੇ। ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਗਵਰਨਮੈਂਟ ਕਰ ਰਹੀ ਹੈ ਜਾਣਬੁੱਝ ਕੇ। ਹਾਂ, ਗਵਰਨਮੈਂਟ ਖੁਦ ਪੈਦਾ ਕਰ ਰਹੀ ਹੈ, ਜਾਂ ਬਿਊਰੋਕ੍ਰੇਸੀ ਵੀ ਸ਼ਾਮਲ ਹੈ, ਨੌਕਰਸ਼ਾਹੀ ਵੀ ਸ਼ਾਮਲ ਹੈ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ। ਇਸ ਦੇ ਨਾਲ ਕੀ ਹੁੰਦਾ ਜੀ, ਇਸ ਦੇ ਨਾਲ ਐਜ਼ ਅ ਰਿਜ਼ਲਟ ਕੇਸਿਸ ਦੀ ਪੈਂਡੈਂਸੀ ਵੱਧਦੀ ਜਾਂਦੀ ਹੈ। ਇਸ ਟਾਈਮ ਆਲ ਓਵਰ ਇੰਡੀਆ ਇੱਕ ਸਟੱਡੀ ਸਾਹਮਣੇ ਆਈ ਹੈ ਕਿ ਮੋਰ ਦੈਨ 1 ਲੱਖ ਕੇਸਿਸ ਅਲੱਗ-ਅਲੱਗ ਇਨਫੋਰਮੇਸ਼ਨ ਕਮਿਸ਼ਨਸ ਦੇ ਵਿੱਚ ਹੀਅਰਿੰਗ ਵਾਸਤੇ ਪੈਂਡਿੰਗ ਪਏ ਨੇ।
ਜੀ, ਤੇ ਫਿਰ ਤਾਂ ਕੀ ਜਾਣਕਾਰੀ, ਫਿਰ ਤਾਂ 30 ਦਿਨਾਂ ਵਾਲਾ ਵੀ ਜੋ ਕਲੌਜ਼ ਹੈ ਉਹ ਅਰਥਹੀਣ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਲੰਬਾ ਖਿੱਚਣ ਦੇ ਯਤਨ ਕੀਤੇ ਜਾ ਰਹੇ ਨੇ, ਅਦਾਲਤਾਂ ਚ ਜਾਣ ਦੇ ਯਤਨ ਕੀਤੇ ਜਾ ਰਹੇ ਨੇ। ਤੇ ਫਿਰ ਜੇ ਜੇਕਰ ਇਹੋ ਜਿਹੇ ਹਾਲਾਤ ਨੇ ਤੇ ਫਿਰ ਸਾਨੂੰ ਇਸ ਐਕਟ ਦਾ ਕੀ ਸੁੱਖ, ਕੀ ਇਹ ਸਾਰਥਕਤਾ ਰਹੇਗੀ? ਤੇ ਜਿਹੜੇ ਸੂਚਨਾ ਕਮਿਸ਼ਨ ਨੇ, ਸੂਚਨਾ ਕਮਿਸ਼ਨਰ ਲਾਏ ਹੋਏ ਨੇ ਸਾਰੀਆਂ ਸਟੇਟਾਂ ਵਿੱਚ, ਉਹਨਾਂ ਦਾ ਫਿਰ ਕੀ ਕੀ ਸਾਰਥਕਤਾ ਰਹੇਗੀ ਉਹਨਾਂ ਦੀ? ਉਹ ਇਸ ਟਾਈਮ ਆਪਦੀ ਸੈਲਰੀ ਵਾਸਤੇ ਇਨਫੋਰਮੇਸ਼ਨ ਕਮਿਸ਼ਨਰ ਬਣੇ ਹੋਏ ਨੇ ਜੀ। ਉਹ ਜੋ ਉਹਨਾਂ ਦੀ ਬੇਸਿਕ ਡਿਊਟੀ ਸੀ ਇਨਫੋਰਮੇਸ਼ਨ ਦਿਵਾਉਣੀ, ਉਹ ਇਨਫੋਰਮੇਸ਼ਨ ਦਿਵਾ ਨਹੀਂ ਰਹੇ ਜੀ। ਬੈਕਲੌਗ ਇੰਨਾ ਵੱਧ ਗਿਆ ਹੈਗਾ। ਜੇ ਅੱਜ ਸੈਕੰਡ ਅਪੀਲ ਫਾਈਲ ਕਰਦੇ ਆ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ, 1 ਸਾਲ ਦਾ ਬੈਕਲੌਗ ਹੈਗਾ ਜੀ। 1 ਸਾਲ ਤੱਕ ਹੀਅਰਿੰਗ ਦੀ ਡੇਟ ਹੀ ਨਹੀਂ ਮਿਲੇਗੀ। ਤਾਂ ਫਿਰ ਜਾਨੀ ਕਿ ਟੈਕਸ ਪੇਅਰਸ ਦਾ ਜਿਹੜਾ ਕਰਦਾਤਿਆਂ ਦਾ ਪੈਸਾ ਹੈ, ਜਨਤਾ ਵੱਲੋਂ ਜਿਹੜਾ ਖੂਨ ਪਸੀਨੇ ਦੀ ਕਮਾਈ ਵਿੱਚੋਂ ਟੈਕਸ ਅਦਾ ਕੀਤੇ ਜਾਂਦੇ ਨੇ, ਤਾਂ ਇਹ ਉਹਨਾਂ ਦੇ ਉੱਤੇ ਹੀ ਭਾਰ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ, ਜੇ ਇਹਦੀ ਸਾਰਥਕਤਾ ਨਹੀਂ ਹੈ। ਬਿਲਕੁਲ ਜੀ। ਜਿਹੜੇ ਕੇਸਿਸ ਦੇ ਵਿੱਚ ਸਟੇਕਸ ਜ਼ਿਆਦਾ ਇਨਵੋਲਵ ਹੁੰਦੇ ਨੇ, ਉਹਨਾਂ ਕੇਸਿਸ ਦੇ ਵਿੱਚ ਇਨਫੋਰਮੇਸ਼ਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਉਹਨਾਂ ਕੇਸਿਸ ਦੇ ਵਿੱਚ ਚਾਹੇ ਹਾਈ ਕੋਰਟ ਚਲੇ ਜਾਈਏ, ਚਾਹੇ ਇਨਫੋਰਮੇਸ਼ਨ ਕਮਿਸ਼ਨ ਚਲੇ ਜਾਈਏ, ਇਨਫੋਰਮੇਸ਼ਨ ਨਹੀਂ ਮਿਲਦੀ। ਫੋਰ ਐਗਜ਼ਾਮਪਲ ਇੱਕ ਕੇਸ ਸੀਗਾ, ਸਾਰੀ ਦੁਨੀਆ ਦੇ ਵਿੱਚ ਸਿੱਖ ਧਰਮ ਦੇ ਜਿੰਨੇ ਵੀ ਸਿੱਖ ਹੈਗੇ ਆ, ਆਪਣੇ ਰਿਪਰੈਜ਼ੈਂਟੇਟਿਵ ਚੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਦੇ ਆ ਜੀ। SGPC ਪਹਿਲਾਂ ਤਾਂ ਇਸ ਗੱਲ ਨੂੰ ਡਿਨਾਈ ਕਰਦੀ ਸੀ, ਐਕਟ ਦੇ ਵਿੱਚ ਬਣੀ ਹੋਈ ਸੀ, ਪਾਰਲੀਮੈਂਟ ਦੇ ਐਕਟ ਦੇ ਅੰਡਰ ਬਣੀ ਹੋਈ ਹੈ। ਕਹਿੰਦੇ ਸੀ ਜੀ ਅਸੀਂ ਪਬਲਿਕ ਅਥਾਰਟੀ ਨਹੀਂ ਆ। ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚੋਂ 2010 ਦੇ ਵਿੱਚ ਆਰਡਰ ਆਇਆ, ਸਟੇਟ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚੋਂ ਮੇਰੇ ਕੇਸ ਦੇ ਵਿੱਚ, ਕਿ ਹਾਂਜੀ ਤੁਸੀਂ ਪਬਲਿਕ ਅਥਾਰਟੀ ਹੋ ਔਰ ਇਨਫੋਰਮੇਸ਼ਨ ਦੇਣੀ ਪਵੇਗੀ। ਔਰ ਉਸ ਆਰਡਰ ਨੂੰ ਇਹਨਾਂ ਨੇ ਹਾਈ ਕੋਰਟ 'ਚ ਚੈਲੰਜ ਕਰ ਦਿੱਤਾ। ਕਹਿੰਦੇ ਕਿ ਜੀ ਅਸੀਂ ਮਲਟੀ ਸਟੇਟ ਬੋਡੀ ਆ, ਇਸ ਕਰਕੇ ਪੰਜਾਬ ਇਨਫੋਰਮੇਸ਼ਨ ਕਮਿਸ਼ਨ ਦਾ ਆਰਡਰ ਸਾਡੇ ਉੱਤੇ ਲਾਗੂ ਨਹੀਂ ਹੁੰਦਾ। ਉਹ ਕੇਸ ਅਜੇ ਪੈਂਡਿੰਗ ਸੀਗਾ ਹਾਈ ਕੋਰਟ ਦੇ ਵਿੱਚ। ਮੈਂ ਇਹ ਗੱਲ ਦੇਖ ਕੇ ਮੈਂ ਸੈਂਟਰਲ ਪਬਲਿਕ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਸੈਕੰਡ ਅਪੀਲ ਦੇ ਵਿੱਚ ਚਲਿਆ ਗਿਆ ਕਿ ਇਹ ਜੋ ਪਲੀ ਲੈ ਰਹੇ ਨੇ ਕਿ ਅਸੀਂ ਮਲਟੀ ਸਟੇਟ ਬੋਡੀ ਆ, ਤਾਂ 2011 ਦੇ ਵਿੱਚ ਇਨਫੋਰਮੇਸ਼ਨ ਕਮਿਸ਼ਨ ਸੈਂਟਰਲ ਵਾਲੇ ਤੱਕ ਪਹੁੰਚ ਗਿਆ। ਔਰ ਉਸ ਤੋਂ ਬਾਅਦ RTI ਐਕਟ ਨੂੰ ਇੰਪਲੀਮੈਂਟ ਅੱਜ ਤੱਕ ਨਹੀਂ ਕੀਤਾ ਜਾ ਰਿਹਾ। ਉਸ ਤੋਂ ਬਾਅਦ ਇਨਫੋਰਮੇਸ਼ਨ ਕਮਿਸ਼ਨ, ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਇਹ ਝੂਠ ਬੋਲ ਕੇ ਇਹਨਾਂ ਨੇ ਕਹਿ ਦਿੱਤਾ ਕਿ ਜੀ ਸਾਡੇ ਕੋਲ ਜੀ ਸਟੇ ਹੈਗੀ ਆ ਹਾਈ ਕੋਰਟ ਦੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸਟੇ ਹੈ। ਉੱਥੋਂ ਵਰਬਲੀ ਇਹਨਾਂ ਦੀਆਂ ਸਟੇਟਮੈਂਟ ਦੇ ਉੱਤੇ ਕੇਸ ਡਿਸਪੋਜ਼ ਆਫ ਹੋ ਗਿਆ। ਉਸ ਆਰਡਰ ਨੂੰ ਅਦਾਲਤੀ ਮਾਨਹਾਨੀ ਨਹੀਂ ਹੋ ਗਈ? ਅਦਾਲਤੀ ਮਾਨਹਾਨੀ ਹੋਈ ਹੈ ਜੀ। ਉਹੀ ਚੀਜ਼ ਲੈ ਕੇ ਮੈਂ ਹਾਈ ਕੋਰਟ ਗਿਆ, ਹਾਈ ਕੋਰਟ ਵੀ ਗਿਆ ਭੈਣ ਜੀ। 2013 ਤੋਂ ਲੈ ਕੇ ਹਾਈ ਕੋਰਟ ਕੇਸ ਚੱਲਦਾ ਰਿਹਾ। ਈਵਨ ਰਿਪਲਾਈ ਤੱਕ ਫਾਈਲ ਨਹੀਂ ਕੀਤਾ ਉਸ ਕੇਸ ਦੇ ਵਿੱਚ। ਔਰ ਹਾਈ ਕੋਰਟ ਨੇ 2018 ਦੇ ਵਿੱਚ 2018 ਦੇ ਵਿੱਚ ਜਜਮੈਂਟ ਪਾਸ ਕੀਤੀ ਕਿ ਜੀ ਹਾਂਜੀ ਕੇਸ ਨੂੰ ਰੀਕਨਸਿਡਰ ਕੀਤਾ ਜਾਏ, ਮੇਰੀ ਪਲੀ ਮੰਨ ਕੇ ਕਿ ਹਾਂਜੀ ਇਹਨਾਂ ਕੋਲ ਸਟੇ ਨਹੀਂ ਹੈਗੀ। ਉਸ ਤੋਂ ਬਾਅਦ 2018 ਦੇ ਵਿੱਚ ਜਜਮੈਂਟ ਆਈ ਹਾਈ ਕੋਰਟ ਦੀ। 2019 ਦੇ ਵਿੱਚ ਉਹਦੇ ਉੱਤੇ ਆਰਡਰ ਪਾਸ ਕੀਤਾ ਗਿਆ ਕਿ ਹਾਂਜੀ ਜਿਹੜੇ ਪ੍ਰੋਐਕਟਿਵ ਡਿਸਕਲੋਜ਼ਰ ਦੀ ਮੈਂ ਡਿਟੇਲ ਮੰਗ ਰਿਹਾ, ਉਹ ਮੈਨੂੰ 1 ਸਾਲ ਦੇ ਵਿੱਚ ਲਾਗੂ ਕਰਕੇ ਮੈਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ। ਜਜਮੈਂਟ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ 31 ਅਗਸਤ ਤੋਂ ਪਹਿਲਾਂ ਆਪਦੇ SGPC ਦੇ ਵਿੱਚ RTI ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰੋ। ਅਲੱਗ-ਅਲੱਗ ਜੋ ਪ੍ਰੋਵੀਜ਼ਨਸ ਹੈਗੀਆਂ ਨੇ, ਸੈਕਸ਼ਨ 4 ਦੇ ਵਿੱਚ ਸੂਮੋਟੋ ਡਿਸਕਲੋਜ਼ਰ ਕਰਨੇ ਬਣਦੇ ਹੁੰਦੇ ਨੇ ਹਰ ਇੱਕ ਪਬਲਿਕ ਅਥਾਰਟੀ ਨੂੰ ਕਿ ਇਹਨਾਂ ਦੀ ਫੰਕਸ਼ਨਿੰਗ ਕੀ ਹੈ, ਕਿੱਥੋਂ ਪੈਸਾ ਆਉਂਦਾ, ਕਿੱਥੇ ਜਾਂਦਾ ਹੈਗਾ, ਔਰ ਕਿਹਨੂੰ ਕੰਸੈਸ਼ਨ ਦਿੱਤੇ ਜਾਂਦੇ ਨੇ, ਉਹ ਸਾਰੀਆਂ ਗੱਲਾਂ। ਔਰ ਗਵਰਨਮੈਂਟ ਨੂੰ ਰਿਪੋਰਟ ਭੇਜਣੀ ਹੁੰਦੀ ਹੈ ਹਰ ਇੱਕ ਪਬਲਿਕ ਅਥਾਰਟੀ ਨੇ ਐਨੂਅਲੀ ਇਨਫੋਰਮੇਸ਼ਨ ਕਮਿਸ਼ਨ ਦੇ ਥਰੂ। ਉਹ ਅੱਜ ਤੱਕ ਲਾਗੂ ਨਹੀਂ ਹੋਏ। ਹੁਣ 2020 ਵਿੱਚ ਅਗਸਤ 2020 ਦੇ ਵਿੱਚ ਇਹਨਾਂ ਨੇ ਲਾਗੂ ਕਰਨੇ ਸੀ, ਜਦੋਂ ਨਹੀਂ ਕੀਤੇ। ਸੈਪਟੈਂਬਰ ਦੇ ਵਿੱਚ ਮੈਂ ਲੈਟਰ ਵੀ ਭੇਜੀ ਹੈ SGPC ਨੂੰ ਕਿ ਤੁਸੀਂ ਨੇ ਆਰਡਰ ਨੂੰ ਇੰਪਲੀਮੈਂਟ ਨਹੀਂ ਕੀਤਾ। ਹੁਣ ਇਹ ਦੇਖ ਲਓ ਕਿ 2011 ਤੋਂ ਲੈ ਕੇ ਅੱਜ ਤੱਕ ਜਿਹੜੀ ਇਨਫੋਰਮੇਸ਼ਨ ਮੈਂ RTI ਐਪਲੀਕੇਸ਼ਨ ਦੇ ਵਿੱਚ ਮੰਗੀ ਹੋਈ ਕਿ ਸੂਮੋਟੋ ਡਿਸਕਲੋਜ਼ਰ ਜਿਹੜੇ ਇੱਕ ਪਬਲਿਕ ਅਥਾਰਟੀ ਨੂੰ ਕਰਨੇ ਬਣਦੇ ਨੇ, ਉਹ ਤੁਸੀਂ ਕਰਕੇ ਉਹਦੀ ਕਾਪੀ ਪ੍ਰੋਵਾਈਡ ਕਰੋ, ਉਹ ਨਹੀਂ ਕਰ ਰਹੇ। ਇਸੇ ਤਰ੍ਹਾਂ ਐਗਜ਼ਾਮਪਲਸ ਹੈਗੀਆਂ ਨੇ, ਸਾਲਾਂ ਦੇ ਸਾਲ ਲੱਗ ਜਾਂਦੇ ਨੇ ਜੀ।
ਬਿਲਕੁਲ। ਤੇ ਇਹ ਸਾਲਾਂ ਦੇ ਸਾਲ ਕੋਈ ਵੀ ਜਾਣਕਾਰੀ ਲੈਣ ਨੂੰ ਲੱਗ ਜਾਂਦੇ ਨੇ, ਜਦੋਂ ਕਿ 30 ਦਿਨਾਂ ਦੇ ਅੰਦਰ ਅੰਦਰ ਜਾਣਕਾਰੀ ਮੁਹੱਈਆ ਕਰਾਉਣੀ ਹੁੰਦੀ ਹੈ, ਪਰ ਉਹਦੀ ਬਜਾਏ ਐਪਲੀਕੈਂਟ ਨੂੰ, ਜੋ ਕਾਰਕੁਨ ਹੈ, ਆਰਟੀਆਈ ਕਾਰਕੁਨ ਹੈ, ਉਹਨੂੰ ਅਦਾਲਤਾਂ ਦੇ ਗੇੜਿਆਂ ਵਿੱਚ ਉਲਝਾ ਦਿੱਤਾ ਜਾਂਦਾ ਹੈ ਅਤੇ ਸਾਰੀ ਨੌਕਰਸ਼ਾਹੀ ਵੀ ਸ਼ਾਮਲ ਹੁੰਦੀ ਹੈ ਤੇ ਉਹਨਾਂ ਨੂੰ ਸਿਆਸੀ ਪੁਸ਼ਤਪਨਾਹੀ ਹੁੰਦੀ ਹੈ ਕਿ ਜਿਹੜੀ ਜਾਣਕਾਰੀ ਉਹਨਾਂ ਨੇ ਦੇਣੀ ਹੁੰਦੀ ਹੈ ਉਹ ਲੁਕਾਉਣੀ ਸ਼ੁਰੂ ਕਰ ਦਿੰਦੇ ਹਨ। ਤੇ ਫਿਰ ਆਰਟੀਆਈ ਐਕਟ ਦੀ ਸਾਰਥਕਤਾ ਕੀ ਹੈ, ਇਹਦੇ ਬਾਰੇ ਆਪਾਂ ਕਾਫੀ ਚਰਚਾ ਕਰ ਚੁੱਕੇ ਹਾਂ ਤੇ ਕੁਲਦੀਪ ਸਿੰਘ ਖਹਿਰਾ ਜੀ, ਅੱਗੇ ਤੋਂ ਵੀ ਗੱਲਬਾਤ ਦਾ ਸਿਲਸਿਲਾ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ। ਤੁਸੀਂ ਸਾਨੂੰ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ ਇਹ ਜਾਣਕਾਰੀਆਂ ਮੁਹੱਈਆ ਕਰਾਈਆਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਧੰਨਵਾਦ ਤੁਹਾਡਾ, ਤੁਸੀਂ ਨੇ ਇੰਨਾ ਟਾਈਮ ਦਿੱਤਾ ਮੈਨੂੰ, ਜਿਹਦੇ ਨਾਲ ਜੋ ਆਰਟੀਆਈ ਐਕਟਿਵਿਸਟਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਉਹ ਆਪਾਂ ਡਿਸਕਸ ਕਰ ਸਕੀਏ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਅਸੀਂ ਹਰ ਤਰ੍ਹਾਂ ਦੀ ਨਿਊਜ਼ ਖਬਰਾਂ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਵਾਂਗੇ। ਹਰ ਤਰ੍ਹਾਂ ਦੇ ਵਿਸ਼ਲੇਸ਼ਣ ਮੁੱਦਿਆਂ ਤੇ ਚਰਚਾ ਜਾਰੀ ਰਹੇਗੀ। ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ, ਸ਼ੇਅਰ ਵੀ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।